ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਫੇਸਬੁੱਕ, YouTube, ਇੰਸਟਾਗ੍ਰਾਮ ਦੇ ਸਾਰੇ ਹੀ ਸਰੋਤਿਆਂ ਦਾ। ਦੋਸਤੋ ਪਹਿਲਾਂ ਤਾਂ ਖੁਸ਼ਖਬਰੀ ਜੀ, ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਕਾਫੀ ਟਾਈਮ ਤੋਂ ਕੇਸ ਡਿਲੇ ਚੱਲ ਰਹੇ ਆ, ਬਟ ਇਸ ਮਹੀਨੇ ਦੇ ਵਿੱਚ 3 ਮੈਡੀਕਲ 3 ਪਾਸਪੋਰਟ ਰਿਕੁਐਸਟ ਅਸੀਂ ਰਿਸੀਵ ਕੀਤੀਆਂ ਨੇ। ਕੇਸ ਕਦੋਂ ਲੱਗੇ ਨੇ ਉਹਨਾਂ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦਿਆਂ। ਇੱਕ ਕੇਸ ਆ ਜੀ 7 ਅਪ੍ਰੈਲ 2020 ਦਾ ਅਪਲਾਈ ਹੋਇਆ ਸੀਗਾ ਜੀ, ਉਹਦਾ ਮੈਡੀਕਲ ਰਿਕੁਐਸਟ ਆ ਗਈ ਆ 7 ਅਪ੍ਰੈਲ ਪਿਛਲੇ ਸਾਲ 7 ਅਪ੍ਰੈਲ। ਦੂਸਰਾ ਕੇਸ ਸੀਗਾ ਜੀ 19 ਅਗਸਤ 2020 ਦਾ ਅਪਲਾਈ ਹੋਇਆ ਜੀ, ਉਹਦੇ ਵੀ ਮੈਡੀਕਲ ਰਿਕੁਐਸਟ ਆਈ ਹੈ ਦੋਸਤੋ। ਤੀਸਰਾ ਕੇਸ ਆ ਜੀ 12 ਅਗਸਤ 2020 ਦਾ, ਇਹਦੀ ਵੀ ਮੈਡੀਕਲ ਰਿਕੁਐਸਟ ਆਈ ਆ। ਅਤੇ ਜਿਹੜੀਆਂ ਇਹ ਪਾਸਪੋਰਟ ਰਿਕੁਐਸਟ ਆਈਆਂ ਨੇ, ਇਹਨਾਂ ਦਾ ਜਿਹੜਾ ਕੇਸ ਅਪਲਾਈ ਹੋਇਆ ਸੀ ਜੀ, ਇਹ ਅਗਸਤ 2020 ਦਾ ਅਪਲਾਈ ਹੋਇਆ ਸੀ। ਮੈਡੀਕਲ ਇਹਨਾਂ ਦਾ 2021 ਫੈਬ 'ਚ ਮੰਗ ਲਿਆ ਸੀ ਜੀ, ਐਂਡ 14 ਅਗਸਤ 2020 'ਚ ਕੇਸ ਲੱਗਿਆ ਸੀ ਜੀ, ਐਂਡ 14 ਮਈ 2021 ਨੂੰ ਮੈਡੀਕਲ ਮੰਗ ਲਿਆ ਸੀ ਜੀ, ਐਂਡ 23 ਨਵੰਬਰ 2020 'ਚ ਕੇਸ ਅਪਲਾਈ ਹੋਇਆ ਸੀਗਾ ਜੀ। 26 ਨਵੰਬਰ ਨੂੰ ਇਹ ਦੁਬਾਰੇ ਰੀਅਪਲਾਈ ਕਿਸੇ ਕਾਰਨ ਕਰਕੇ ਮੈਡੀਕਲ ਪਾਸ ਹੋ ਗਿਆ ਸੀਗਾ ਜੀ, ਇਹਨਾਂ ਦਾ ਆਲਰੇਡੀ ਐਡ ਇਨ ਅ ਫਾਈਲ ਮੈਡੀਕਲ ਪਾਸ ਹੋਇਆ ਸੀ, ਪਹਿਲਾਂ ਹੀ ਅਪ ਫਰੰਟ ਮੈਡੀਕਲ ਗਿਆ ਸੀ ਨਾਲ ਇਹਨਾਂ ਦਾ। ਐਂਡ 28 ਜੂਨ ਨੂੰ ਜੀ ਇਹਨਾਂ ਦੀ ਪਿਛਲੇ ਮਹੀਨੇ ਰਿਕੁਐਸਟ ਆਈ ਹੈ ਜੀ, ਵੀਜ਼ਾ ਅਪਰੂਵਲ ਦੀ ਰਿਕੁਐਸਟ ਲੈਟਰ ਇਹਨਾਂ ਨੂੰ ਸਾਨੂੰ ਆ ਗਈ ਹੈ ਜੀ, ਇਹਨਾਂ ਦੇ ਪਾਸਪੋਰਟ ਅਸੀਂ ਭੇਜਾਂਗੇ। ਸੋ ਥੋੜ੍ਹਾ ਜਿਹਾ ਕੰਮ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਈ ਕਮਿਸ਼ਨ ਨੇ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਵੱਲ ਧਿਆਨ ਦੇਣਾ ਹੁਣ ਥੋੜ੍ਹਾ ਜਿਹਾ ਸ਼ੁਰੂ ਕੀਤਾ। 6 ਰਿਜ਼ਲਟ 1 ਮਹੀਨੇ ਦੇ ਵਿੱਚ ਜੁਗੜੇ ਹੀ ਹੋ ਗਏ ਸੀ, ਹੁਣ ਤਾਂ ਦੇਖੇ ਨੂੰ ਇਹ ਰਿਜ਼ਲਟ 6 ਅਤੇ ਇਹ ਜੇ ਆਏ ਨੇ ਤਾਂ ਸ਼ਾਇਦ ਹੁਣ ਥੋੜ੍ਹਾ ਜਿਹਾ ਹੋਰ ਸਪੀਡ ਅਪ ਹੋਊਗਾ ਕੰਮ। ਐਂਡ ਜੋ ਲਾਸਟ ਵੈਬੀਨਾਰ IRCC ਦਾ, ਉਹ ਤੋਂ ਵੀ ਲੱਗਦਾ ਕਿ ਕੰਮ ਸਪੀਡ ਅਪ ਕੀਤਾ ਜਾਊਗਾ। ਉਸ ਵਿਸ਼ੇ 'ਤੇ ਵੀ ਮੈਂ ਕੁਝ IRCC ਦੇ ਜਿਹੜੇ ਵੈਬੀਨਾਰ ਦੇ ਉੱਤੇ ਵੀ ਕੁਝ ਗੱਲਾਂ ਕਰਨੀਆਂ ਨੇ, ਕਿਉਂਕਿ ਜਿਵੇਂ ਮੈਂ ਹਮੇਸ਼ਾ ਹੀ ਆਪਾਂ ਇੱਕ ਗੱਲ ਕਰਦੇ ਹੁੰਦੇ ਹਾਂ ਕਿ ਸਰੋਤ ਬਹੁਤ ਮਾੜੀ ਆ, ਸਰੋਤੇ ਆਪਾਂ ਬਹੁਤ ਮਾੜੇ ਆ, ਆਪਾਂ ਨਾ ਕਿਸੇ ਵੀ ਚੀਜ਼ ਨੂੰ ਸੁਣਦੇ ਨਹੀਂ। ਇੱਕ ਮੇਰੀ ਜਸ ਮਥਾਰੂ ਜੀ, ਮੇਰੀ ਬੇਨਤੀ ਆ, ਪਲੀਜ਼ ਸਾਰੇ ਤੁਸੀਂ ਜੇ ਕੋਸ਼ਿਸ਼ ਕਰਕੇ ਸੁਣ ਲਿਓ। ਉਹ ਕਿਊਬਿਕ ਕੱਪ ਦੇ ਹਜੇ ਕੋਈ ਰਿਜ਼ਲਟ ਨਹੀਂ ਆਉਣੇ ਸ਼ੁਰੂ ਹੋਏ, ਹਜੇ ਤਾਂ ਬਹੁਤ ਸਲੋ ਨੇ ਸਟੂਡੈਂਟ ਦੇ ਰਿਜ਼ਲਟ। ਐਂਡ 10 ਕਾਲਜਿਸ ਬਾਰੇ ਵੀ IRCC ਦੇ ਵੈਬੀਨਾਰ ਦੇ ਵਿੱਚ ਕਲੀਅਰ ਕਰ ਦਿੱਤਾ ਗਿਆ, ਕਾਲਜਿਸ ਬਾਰੇ ਸਾਰਾ ਕੁਝ ਉਹ ਕਹਿੰਦੇ ਕਲੀਅਰ ਆ, ਕੋਈ ਕਾਲਜ ਬਲੈਕ ਲਿਸਟ ਨਹੀਂ ਹੈਗਾ। ਸੋ ਸਭ ਦੇ ਰਿਜ਼ਲਟ ਆਉਣਗੇ, ਵੇਟ ਕਰਨੀ ਪਊਗੀ। ਸੋ ਹਰ ਚੀਜ਼ ਮੈਂ ਕਲੀਅਰ ਕਰੂੰਗਾ, ਬਸ ਥੋੜ੍ਹਾ ਜਿਹਾ ਪੇਸ਼ੈਂਸ ਬਣਾ ਕੇ ਸੁਣ ਲਿਓ ਗੱਲ ਨੂੰ। ਜਿਹੜਾ ਵੈਬੀਨਾਰ ਹੋਇਆ ਨਾ ਪਿਛਲਾ, ਉਸ ਨਾਲ ਰਿਲੇਟਡ ਨਾ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੈਨੂੰ ਉਸ ਵਿਸ਼ੇ ਦੇ ਉੱਤੇ ਗੱਲ ਕਰਨ ਦੀ ਕਿਉਂ ਲੋੜ ਪੈ ਗਈ, ਸਟੂਡੈਂਟ ਨਾ ਵੈਬੀਨਾਰ ਨੂੰ ਨਹੀਂ ਧਿਆਨ ਨਾਲ ਸੁਣ ਰਹੇ, ਅਫੀਸ਼ੀਅਲ ਵੈਬੀਨਾਰ ਨੂੰ ਨਹੀਂ ਧਿਆਨ ਨਾਲ ਸੁਣ ਰਹੇ, ਏਜੰਟ ਕੀ ਕਹਿ ਰਹੇ ਨੇ ਉਹ ਜ਼ਿਆਦਾ ਧਿਆਨ ਨਾਲ ਸੁਣਦੇ ਨੇ। ਹੁਣ ਏਜੰਟ ਵੀਰ ਮੈਕਸੀਮਮ ਮੇਰੇ ਵਰਗੇ ਹੀ ਆ, ਅੰਗਰੇਜ਼ੀ ਵਿਚਾਰਿਆਂ ਨੂੰ ਘੱਟ ਸਮਝ ਆਉਂਦੀ ਆ। ਮੇਰੀ ਬੇਨਤੀ ਆ ਵੀ ਜਿਹੜੇ ਵੀਰ ਮੇਰੇ ਵਾਂਗੂ ਅੰਗਰੇਜ਼ੀ 'ਚ ਹੱਥ ਤੰਗ ਵਾਲੇ ਆ, ਕੋਸ਼ਿਸ਼ ਕਰਿਆ ਕਰੋ ਕਿ ਕੋਈ ਨਾ ਕੋਈ ਬੰਦਾ ਜਿਹੜਾ ਵਧੀਆ ਅੰਗਰੇਜ਼ੀ ਵਾਲਾ ਤੁਹਾਡੇ ਆਫਿਸ ਦੇ ਵਿੱਚ ਹੋਵੇ, ਕੋਈ ਵੀਰ ਭਾਈ ਘਰੇ ਹੋਵੇ, ਭੈਣ, ਉਹਨੂੰ ਕੋਲੇ ਬਿਠਾ ਕੇ ਵੈਬੀਨਾਰ ਨੂੰ ਧਿਆਨ ਨਾਲ ਸੁਣਿਆ ਕਰੋ। ਉਹਦੇ ਨਾਲ ਨਾ ਜਿਹੜੀ ਕੋਈ ਵੀ ਇਨਫੋਰਮੇਸ਼ਨ ਆ ਉਹ ਗਲਤ ਨਹੀਂ ਕਨਵੇ ਹੁੰਦੀ ਅੱਗੇ। ਨਹੀਂ, ਹੁਣ ਉਹ ਗਲਤ ਕਨਵੇ ਹੋ ਰਹੀ ਹੈ। ਜੇ ਆਪਾਂ ਫੰਡਸ ਦੀ ਗੱਲ, ਪਹਿਲੇ ਨੰਬਰ 'ਤੇ ਫੰਡਸ ਦੀ ਕੋਈ ਗੱਲ ਕਰਨ ਲੱਗਾ, ਕਿਉਂਕਿ ਜ਼ਿਆਦਾ ਸਵਾਲ ਆ ਜਿਹੜਾ ਇੱਕ ਉਹ ਜਿਹੜਾ ਵੈਬੀਨਾਰ ਦੀ ਪ੍ਰੈਜੈਂਟੇਸ਼ਨ ਨਾਲ ਦੀ ਨਾਲ ਚੱਲ ਰਹੀ ਸੀ, ਉਹਦਾ ਸਕਰੀਨਸ਼ਾਟ ਕਰਕੇ ਭੇਜਿਆ ਜਾ ਰਿਹਾ। SDS ਉੱਪਰ ਲਿਖਿਆ ਅਤੇ ਥੱਲੇ ਨੌਨ SDS ਲਿਖਿਆ, ਟਿਪ ਲਿਖੀ ਹੋਈ ਆ, ਉਹਦੇ ਵਿੱਚ ਉਹਨਾਂ ਨੇ ਫਾਈਨੈਂਸ਼ੀਅਲ ਡਾਕੂਮੈਂਟ ਬਾਰੇ ਉਹਨੂੰ ਹਾਈਲਾਈਟ ਕਰਕੇ ਉਹਦੇ ਵਿੱਚ ਇਨਫੋਰਮੇਸ਼ਨ ਪਾਈ ਹੋਈ ਆ, ਅਤੇ ਸਟੂਡੈਂਟ ਕਹਿ ਰਿਹਾ ਕਿ SDS ਦੇ ਵਿੱਚ ਫੰਡ ਰਿਕੁਆਇਰਡ ਆ। ਸੁਣੋ ਉਹ ਕੀ ਕਹਿ ਰਹੀ ਆ, ਉਹ ਬੋਲ ਕੇ ਦੱਸ ਰਹੀ ਆ ਅੰਗਰੇਜ਼ੀ ਦੇ ਵਿੱਚ। ਜਦੋਂ ਤੁਸੀਂ ਉਹਨਾਂ ਨੂੰ ਧਿਆਨ ਨਾਲ ਸੁਣੋਗੇ, SDS ਦੇ ਵਿੱਚ ਉਹਨਾਂ ਨੇ ਰਿਕੁਆਇਰਮੈਂਟਸ ਦੱਸੀਆਂ ਨੇ ਵੀ GIC ਫੀ 6 in each band score, that's it। ਨੌਨ SDS ਫਾਈਨੈਂਸ਼ੀਅਲ ਸਟੇਟਸ, ਤੁਸੀਂ ਆਪਦਾ ਸਾਰਾ ਫਾਈਨੈਂਸ਼ੀਅਲ ਜੋ ਤੁਹਾਡਾ ਜੋ ਪਲਾਨ ਆ ਉਹ ਪ੍ਰੋਪਰ ਤਿਆਰ ਕਰਕੇ ਭੇਜਣਾ ਹੋਊਗਾ। ਦੂਸਰਾ ਜਿਹੜਾ ਹੈਗਾ ਫੀ ਦੀਆਂ ਜਿਹੜੀਆਂ ਤੁਸੀਂ ਅੱਗੇ ਜਿਹੜੀਆਂ ਕੱਢਣੀਆਂ, ਉਹ ਫਾਈਨੈਂਸ਼ੀਅਲ ਪਲਾਨ ਦੇ ਵਿੱਚ ਹੀ ਆ ਜਾਂਦੀਆਂ ਨੇ। ਐਂਡ ਜੇ ਤੁਹਾਡੇ 6 in each ਨਹੀਂ ਗਏ, ਫਿਰ ਵੀ ਤੁਸੀਂ ਨੌਨ SDS ਦੇ ਵਿੱਚੋਂ ਉਹਨੇ ਨੌਨ SDS ਦੀਆਂ ਵੀ ਅੱਗੇ ਜਾ ਕੇ ਮੈਂਸ਼ਨ ਕੀਤੀਆਂ ਚੀਜ਼ਾਂ। ਉਹਨਾਂ ਨੂੰ ਮਤਲਬ ਕਿ ਸੁਣਨਾ ਬਹੁਤ ਜ਼ਰੂਰੀ ਹੈ, ਐਂਡ ਅਫੀਸ਼ੀਅਲ ਵੈਬੀਨਾਰ ਨੂੰ ਸੁਣਨਾ ਜ਼ਰੂਰੀ ਆ। ਮੈਂ ਕੀ ਬੋਲਦਾ, ਚਲੋ ਠੀਕ ਆ, ਮੈਨੂੰ ਵੀ ਥੋੜ੍ਹਾ ਬਹੁਤਾ ਸੁਣ ਲਓ, ਪਰ ਵੈਬੀਨਾਰ ਦੇ ਕੰਪੈਰੇਟਿਵਲੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇਹ ਗੱਲ ਕਹਿ ਰਿਹਾ ਅਤੇ ਵੈਬੀਨਾਰ ਦੇ ਵਿੱਚ ਆਪਾਂ ਉਹਨਾਂ ਨੂੰ ਨਾ ਧਿਆਨ ਨਾਲ ਸੁਣ ਕੇ ਤੁਸੀਂ ਮੈਨੂੰ ਜ਼ਿਆਦਾ ਧਿਆਨ ਦਿਓ। ਜਿਹੜੀ ਗੱਲ ਮੈਂ ਬੋਲੀ ਗਈ ਆ ਉਹ ਤੁਸੀਂ ਵੈਬੀਨਾਰ ਤੋਂ ਕਲੈਰੀਫਾਈ ਕਰ ਸਕਦੇ ਹੋ, ਨਾ ਕਿ
ਤੁਸੀਂ ਮੇਰੀ ਗੱਲ ਨੂੰ ਵੈਬੀਨਾਰ ਨਾਲੋਂ ਜ਼ਿਆਦਾ ਇੰਪੋਰਟੈਂਸ ਦਿਓ। ਇਹ ਹੋ ਰਿਹਾ ਆ, ਏਜੰਟਸ ਦੀਆਂ ਕੀਤੀਆਂ ਜਾ ਰਹੀਆਂ ਨੇ ਗੱਲਾਂ। ਏਜੰਟਸ ਜਿਹੜੇ ਅਸੀਂ ਬੈਠੇ ਆ ਨਾ, ਸਾਨੂੰ ਅੰਗਰੇਜ਼ੀ ਘੱਟ ਹੀ ਆਉਂਦੀ ਆ ਅਤੇ ਨਾ ਹੀ ਸਮਝ ਆਉਂਦੀ ਆ। ਉਹ ਵਿਚਾਰੀ ਕੁੜੀ ਦੀ ਜਿਹੜਾ ਲੇਡੀ ਬੋਲ ਰਹੀ ਸੀਗੀ, CIC ਦੀ IRCC ਦੀ ਨੁਮਾਇੰਦੇ ਨੇ, ਉਹ ਉੱਥੇ ਵੀਜ਼ਾ ਆਫਿਸਰਸ ਨੇ, ਉਹਨਾਂ ਦੀ ਅੰਗਰੇਜ਼ੀ ਵੀ ਐਕਸੈਂਟ ਵੀ ਥੋੜ੍ਹਾ ਜਿਹਾ ਕੈਨੇਡੀਅਨ ਸੀਗਾ, ਅਮਰੀਕਨ US ਐਕਸੈਂਟ ਆ, ਸੋ ਉਹ ਜਮਾ ਹੀ ਨਹੀਂ ਮੇਰੇ ਅੱਗੇ ਨੂੰ ਤਾਂ ਸਮਝ ਆਉਂਦਾ। ਸੋ ਬੜੇ ਹੀ ਧਿਆਨ ਨਾਲ ਆਪਾਂ ਸੁਣਨਾ ਆ। SDS ਦੇ ਵਿੱਚ ਫੰਡਸ ਦੀ ਰਿਕੁਆਇਰਮੈਂਟ ਨਹੀਂ ਗਾ, ਕੋਈ ਫਾਈਨੈਂਸ਼ੀਅਲ ਪਲਾਨ ਵੀ ਨਹੀਂ ਜਾਊਗਾ। ਇਹ ਮੈਂ ਦੁਬਾਰਾ ਰਿਪੀਟ ਕਰ ਰਿਹਾ, ਗੱਲ ਤੁਹਾਨੂੰ ਦੁਬਾਰਾ ਦੱਸ ਰਿਹਾ। ਇਸ ਲਈ ਇਸ ਕੁਐਸਚਨ ਨੂੰ ਆਪਾਂ ਇੱਥੇ ਛੱਡ ਦੇਣਾ ਹੈ। ਜੇ ਨੌਨ SDS ਆ, ਉਹ ਕਹਿੰਦੇ ਸਾਨੂੰ ਫਾਈਨੈਂਸ਼ੀਅਲ ਤੁਸੀਂ ਜਿਹੜਾ ਉਹਦਾ ਪਲਾਨ ਹੈਗਾ ਉਹ ਭੇਜਣਾ ਹੈ। ਐਂਡ ਦੂਸਰੀ ਜਿਹੜੀ ਆਪਾਂ ਵੈਬੀਨਾਰ ਨਾਲ ਰਿਲੇਟਡ ਹੀ ਮੈਂ 2-4 ਗੱਲਾਂ ਤੁਹਾਡੀਆਂ ਕਲੀਅਰ ਕਰਨੀਆਂ ਨੇ। ਹੁਣ ਜਿਹੜੀ ਆਪਾਂ ਗੱਲ ਉਹਨਾਂ ਨੇ ਵਿੱਚੋਂ 3-4-5 ਗੱਲਾਂ ਜਿਹੜੀਆਂ 4-5 ਗੱਲਾਂ ਜਿਹੜੀਆਂ ਮੇਨ ਆ, ਉਹ ਆਪਾਂ ਚੱਕ ਲੈਣੀਆਂ ਨੇ, ਜਿਨ੍ਹਾਂ ਨਾਲ ਆਪਾਂ ਖਾਸ ਤਵੱਜੋ ਦੇਣੀ ਆ। ਇੱਕ ਤਾਂ ਕੋਵਿਸ਼ੀਲਡ ਆ ਜਿਹੜੀ, ਉਹੀ ਅਪਰੂਵਡ ਆ, ਕੋਵੈਕਸਿਨ ਅਪਰੂਵਡ ਨਹੀਂ। ਕੋਵਿਸ਼ੀਲਡ ਹੀ ਲਵਾ ਕੇ ਜਾਣੀ ਆ। 4 ਵੀਕ ਪਹਿਲਾਂ ਟਰੈਵਲ ਕਰ ਸਕਦੇ ਆ, ਬਿਟਵੀਨ 4 ਵੀਕ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਆ ਵੀਜ਼ਾ ਆਉਣ ਤੋਂ ਬਾਅਦ ਅਤੇ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ। ਇਸ ਚੀਜ਼ ਦਾ ਧਿਆਨ ਦੇਣਾ। ਜਿਨ੍ਹਾਂ ਦੇ ਕੇਸ ਕਿਊ ਦੇ ਵਿੱਚ ਨੇ, ਖਾਸ ਉਹ ਲੇਡੀ ਬੋਲੀ ਆ ਉਸ ਵਿਸ਼ੇ ਦੇ ਉੱਤੇ ਵੀ ਜਿਨ੍ਹਾਂ ਦੇ ਕੇਸ ਕਿਊ ਦੇ ਵਿੱਚ ਨੇ, ਜਿਹੜਾ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਸਾਨੂੰ ਈਮੇਲਾਂ ਨਾ ਕਰੋ, ਕਹਿੰਦੇ ਨਾ ਹੀ ਕੋਈ ਆਨਸਰ ਦਿੱਤਾ ਜਾਊਗਾ। ਔਨਲਾਈਨ ਜੋ ਅਪਡੇਸ਼ਨ ਆ ਉਹਨੂੰ ਪੜ੍ਹੋ, ਨਾ ਸਾਨੂੰ ਕਹਿੰਦੇ ਬੋਦਰ ਕਰੋ, ਨਾ ਸਾਨੂੰ ਤੰਗ ਕਰੋ। ਦੂਸਰੀ ਚੀਜ਼ ਉਹ ਕਹਿੰਦੇ ਵੀ ਜਿਹੜੀ ਚੀਜ਼ ਵੀ ਜੇ ਤੁਸੀਂ ਵੈਬ ਫਾਰਮ ਸਾਨੂੰ ਭੇਜ ਰਹੇ ਹੋ, ਕੋਈ ਵੀ ਚੀਜ਼ ਤੁਸੀਂ ਮੈਡੀਕਲ, ਜਿਵੇਂ ਓਪਨ ਵਰਕ ਪਰਮਿਟ ਆ, ਮੈਂ ਬਿਨਾਂ ਅਪਫਰੰਟ ਮੈਡੀਕਲ ਤੋਂ ਅਪਲਾਈ ਕਰਦਾ, ਉਹ ਕਹਿੰਦੇ ਤੁਸੀਂ ਬਿਨਾਂ ਅਪਫਰੰਟ ਮੈਡੀਕਲ ਤੋਂ ਜਦੋਂ ਹਾਈ ਕਮਿਸ਼ਨ ਡਿਮਾਂਡ ਕਰੂਗਾ ਤੁਸੀਂ ਉਦੋਂ ਮੈਡੀਕਲ ਭੇਜੋ। ਜੇ ਤੁਸੀਂ ਸਾਨੂੰ ਵੈਬ ਫਾਰਮ ਭਰ ਕੇ ਭੇਜਦੇ ਹੋ ਜਾਂ ਵੈਬ ਫਾਰਮ ਭਰ ਕੇ ਕੋਈ ਵੀ ਇਨਫੋਰਮੇਸ਼ਨ ਦਿੰਦੇ ਹੋ, ਜੇ ਤੁਸੀਂ 1 ਤੋਂ 1.5 ਵੀਕ ਤੱਕ ਜੇ ਤਾਂ ਈਮੇਲ ਕੀਤੀ ਆ, ਫਿਰ ਤਾਂ 1 ਤੋਂ 1.5 ਵੀਕ ਦੇ ਵਿੱਚ ਜੇ ਅਸੀਂ ਰਿਪਲਾਈ ਬੈਕ ਨਹੀਂ ਕਰਦੇ, ਤੁਸੀਂ ਸਾਨੂੰ ਦੁਬਾਰਾ ਈਮੇਲ ਕਰ ਸਕਦੇ ਹੋ। ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਵੈਬ ਫਾਰਮ ਦੇ ਜ਼ਰੀਏ ਅਪਡੇਟ ਕੀਤੀ ਆ, ਤਾਂ ਤੁਸੀਂ ਉਹਦੇ ਲਈ ਦੁਬਾਰਾ ਰਿਮਾਈਂਡਰ ਸਾਨੂੰ ਨਹੀਂ ਪਾਉਣਗੇ। ਉਹਦੇ ਨਾਲ ਕੇਸ ਕਿਤੇ ਨਾ ਕਿਤੇ ਡਿਲੇ ਹੋਣਗੇ। ਉਹ ਕਹਿੰਦੇ ਵਰਕਲੋਡ ਨਾ ਵਧਾਓ, ਆਲਰੇਡੀ ਸਾਡੇ ਕੋਲੇ ਵਰਕਲੋਡ ਆ। ਜਦੋਂ ਤੁਸੀਂ ਵੈਬ ਫਾਰਮ ਸਾਨੂੰ ਰੇਜ਼ ਕਰਦੇ ਆ ਨਾ, ਸਾਡੇ ਤੇ ਕੰਮ ਵੱਧਦਾ। ਉਹਨਾਂ ਨੇ ਗੱਲ ਸਾਫ਼ ਸ਼ਬਦਾਂ 'ਚ ਸਾਨੂੰ ਸਮਝਾਤੀ ਆ ਕਿ ਸਾਡੇ ਤੇ ਕੰਮ ਵੱਧ ਜਾਂਦਾ। ਇਸ ਲਈ ਦੁਬਾਰਾ ਇੱਕੋ ਸਵਾਲ ਪੁੱਛਣ ਦੇ ਲਈ ਪ੍ਰੋਸੈਸਿੰਗ ਟਾਈਮ ਜਾਂ ਵੈਬ ਫਾਰਮ ਭਰ ਕੇ ਬਿਨਾਂ ਮਤਲਬ ਤੋਂ ਹੀ, ਜਿਵੇਂ ਅੱਗੇ TAs ਪਾਉਣ ਲੱਗੇ ਸੀ, ਹੁਣ ਅਪਫਰੰਟ ਮੈਡੀਕਲਸ, ਉਹ ਕਹਿੰਦੇ ਨਾ ਪਾਓ, ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ। ਜਦੋਂ ਅਸੀਂ ਮੰਗਾਂਗੇ ਉਦੋਂ ਸਾਨੂੰ ਭੇਜ ਦਿਓ। ਇਹ ਜਿਹੜੀ ਵੀ ਤੁਸੀਂ ਇਹ ਕੋਈ ਵੀ ਇਹ ਜਿਹੀ ਹਰਕਤ ਕਰੋਗੇ, ਉਹਦੇ ਨਾਲ ਤੁਹਾਡੇ ਕੇਸ ਨੂੰ ਡਿਲੇ ਹੀ ਹੋਣਗੇ, ਤੁਹਾਡੇ ਕੇਸ ਤੇਜ਼ ਨਹੀਂ ਹੋਣਗੇ। ਉਹ ਕਹਿੰਦੇ ਕਿਉਂਕਿ ਸਾਡੇ ਕੋਲੇ ਕੰਮ ਆਲਰੇਡੀ ਬਹੁਤ ਆ। ਤੁਸੀਂ ਜਦੋਂ ਸਾਡੇ ਕੋਲੇ ਵੈਬ ਫਾਰਮ ਰੇਜ਼ ਕਰਦੇ ਆ, ਤਾਂ ਸਾਡੇ ਨਾਲ ਇੱਕ ਕੰਮ ਤੁਸੀਂ ਹੋਰ ਜੋੜ ਦਿੰਦੇ ਆ। ਉਹਨਾਂ ਦਾ ਕਹਿਣ ਦਾ ਜਿਹੜਾ ਮਤਲਬ ਸੀ ਇਹ। ਦੂਸਰੀ ਜਿਹੜੀ ਚੀਜ਼ ਆ ਦੋਸਤੋ, ਜਿਹੜੀ ਤੁਸੀਂ ਧਿਆਨ ਦੇਣ ਯੋਗ ਚੀਜ਼ ਆ, ਜਿਵੇਂ ਆਪਾਂ ਅੱਗੇ ਗੱਲ ਕਰਦੇ ਸੀ, ਉਹਦੇ ਵਿੱਚ ਪੁੱਛਿਆ ਗਿਆ ਸੀ ਵੀ ਵੀਜ਼ਾ ਪ੍ਰੋਬੇਬਿਲਿਟੀਜ਼ ਕਿਵੇਂ ਵਧਾਈਆਂ ਜਾ ਸਕਦੀਆਂ ਨੇ, ਜਾਂ ਇੱਕ ਵੀਜ਼ਾ ਆਫਿਸਰ ਦਾ ਵੈਲੂਏਸ਼ਨ ਪ੍ਰੋਸੈਸ ਕੀ ਆ। ਪ੍ਰੋਗਰੈਸ਼ਨ ਆਫ ਐਜੂਕੇਸ਼ਨ, ਉਹ ਕਹਿੰਦੀ ਐਜੂਕੇਸ਼ਨ ਪ੍ਰੋਗਰੈਸ਼ਨ, ਉਹ ਕਹਿੰਦੇ ਅਸੀਂ ਸਭ ਤੋਂ ਇੰਪੋਰਟੈਂਟ ਚੀਜ਼ ਆ ਤੁਹਾਡੇ ਕੇਸ ਦੇ ਵਿੱਚ। ਜਿਵੇਂ ਅੱਗੇ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ, ਵੈਸੇ ਤਾਂ ਔਨਲਾਈਨ ਇਸ ਵਿਸ਼ੇ ਦੇ ਉੱਤੇ ਜਾਂ ਫੇਸਬੁੱਕ ਦੇ ਜ਼ਰੀਏ ਜਾਂ ਐਡਵਰਟੀਜ਼ਮੈਂਟ ਦੇ ਜ਼ਰੀਏ ਪੜ੍ਹਾਈ ਬਾਰੇ ਤਾਂ ਗੱਲ ਹੋਣੀ ਬੰਦ ਹੀ ਹੋ ਗਈ ਨਾ। ਪਿਛਲੇ 6-7 ਸਾਲ ਤੋਂ ਮੈਂ ਨਹੀਂ ਦੇਖਿਆ ਵੀ ਸਟੂਡੈਂਟ ਵੀਜ਼ਾ ਨਾਲ ਰਿਲੇਟਡ ਕਿਸੇ ਨੇ ਪੜ੍ਹਾਈ ਨਾਲ ਸੰਬੰਧਿਤ ਕੋਈ ਐਡਵਰਟੀਜ਼ਮੈਂਟ ਦਿੱਤੀ ਹੋਵੇ। ਪੈਕੇਜ ਵੇਚੇ ਹੋਣਗੇ, ਲੈਪਟਾਪ ਵੇਚੇ ਹੋਣਗੇ, ਹੋਰ 에ਅਰ ਟਿਕਟਾਂ ਵੇਚੀਆਂ ਹੋਣਗੀਆਂ, ਜਾਂ ਕੀ ਕਹਿੰਦੇ ਫੀ ਆਫਟਰ ਵੀਜ਼ਾ, ਫੀ ਬਿਫੋਰ ਵੀਜ਼ਾ, ਇਹੋ ਜਿਹੀਆਂ ਚੀਜ਼ਾਂ ਵੇਚੀਆਂ ਹੋਣਗੀਆਂ। ਪਰ ਕਿਸੇ ਨੇ ਵੀ ਹਜੇ ਤੱਕ ਪੜ੍ਹਾਈ ਦੀ ਗੱਲ ਤਾਂ ਅਸੀਂ ਕਰਨੀਓ ਹੀ ਬੰਦ ਕਰਤੀ ਨਾ। ਪਰ ਉਹ ਕਹਿੰਦੇ ਸਭ ਤੋਂ ਇੰਪੋਰਟੈਂਟ ਚੀਜ਼ ਆ ਤੁਹਾਡੀ ਪੜ੍ਹਾਈ, ਤੁਹਾਡੇ ਰੈਲੇਵੈਂਟ ਕੋਰਸ, ਤੁਹਾਡੀ ਪ੍ਰੋਗਰੈਸ਼ਨ ਆਫ ਐਜੂਕੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਸਾਰੇ ਦਾ ਸਾਰਾ ਧਿਆਨ ਉਹ ਕਹਿੰਦੇ ਉਹਦੇ ਉੱਤੇ ਦਿਓ। ਦੂਸਰੀ ਉਹ ਕਹਿੰਦੇ ਸਭ ਤੋਂ ਇੰਪੋਰਟੈਂਟ ਚੀਜ਼ ਆ ਸਟੇਟਮੈਂਟ ਆਫ ਪਰਪਸ। ਉਹ ਕਹਿੰਦੇ ਜੇ ਤੁਸੀਂ ਐਕਸਪਲੇਨ ਨਹੀਂ ਕਰ ਪਾ ਰਹੇ ਵਾਈ ਕੈਨੇਡਾ, ਵਾਈ ਦਿਸ ਕੋਰਸ, ਉਹਦਾ ਕੀ ਫਿਊਚਰ ਆ, ਇਹ ਤਾਂ ਅਸੀਂ ਕਿਤੇ ਨਾ ਕਿਤੇ ਜਾ ਕੇ ਵੀਜ਼ਾ ਰਿਫਿਊਜ਼ ਕਰਦੇ ਹਾਂ। ਕਹਿੰਦੇ SOP ਦਾ ਬੜਾ ਵੱਡਾ ਰੋਲ ਆ। ਐਂਡ ਵੱਡੀਆਂ ਕੰਪਨੀਆਂ ਨੇ ਜਿਹੜੀਆਂ SOP ਲਾ ਕੇ ਨਹੀਂ ਭੇਜਦੀਆਂ। ਸੋ ਦੋਸਤੋ, ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਹੁਣ ਅਵੇਅਰ ਹੋਣਾ ਪਊਗਾ। ਹੁਣ ਤਾਂ ਸਾਨੂੰ ਹਾਈ ਕਮਿਸ਼ਨ ਆਪ ਅਵੇਅਰ ਕਰਨ ਲੱਗ ਗਿਆ ਵੈਬੀਨਾਰਸ ਲਾ ਕੇ, ਕਿ ਜ਼ਿਆਦਾ ਫੋਕਸ ਨਾ ਪੈਸਿਆਂ ਦੇ, ਫੀ ਆਫਟਰ ਵੀਜ਼ਾ, ਫੀ ਬਿਫੋਰ ਵੀਜ਼ਾ, ਫੀ ਆਫਰ ਲੈਟਰ ਫਰੀ ਲੈ ਲਓ, ਫਲਾਨੀ ਚੀਜ਼ ਫਰੀ ਲੈ ਲਓ, ਇਹਨਾਂ ਚੀਜ਼ਾਂ ਵੱਲ ਧਿਆਨ ਛੱਡ ਕੇ ਨਾ, ਜਿਹੜਾ ਬੰਦਾ, ਜੇ ਤੁਹਾਡੇ ਮਾਂ ਪਿਓ 14 ਲੱਖ ਪੜ੍ਹਾਈ 'ਤੇ ਲਾ ਸਕਦੇ ਆ ਨਾ, ਤੇ 14 ਲੱਖ 5,000 ਵੀ ਲਾ ਸਕਦੇ ਹੋ। ਜਿਹਨੇ 14 ਲੱਖ ਲਾਉਣਾ, 14 ਲੱਖ 5,000 ਵੀ ਲਾ ਦੂਗਾ। ਆਫਰ ਲੈਟਰ ਫਰੀ ਲੈ ਕੇ ਕੁਛ ਅਸੀਂ ਜ਼ਿਆਦਾ ਬਣ ਜਾਵਾਂਗੇ।
ਜਿਹਦਾ ਕੈਨੇਡਾ ਦਾ ਵੀਜ਼ਾ ਆ ਗਿਆ ਇੰਨੇ 14 ਲੱਖ ਖਰਚ ਕੇ ਉਹ ਟਿਕਟ ਦਾ ਜੁਗਾੜ ਵੀ ਕਿਤੋਂ ਨਾ ਕਿਤੋਂ ਕਰ ਹੀ ਲਊਗਾ। ਪਰ ਇੰਪੋਰਟੈਂਟ ਚੀਜ਼ ਕੀ ਆ, ਤੁਸੀਂ ਪੜ੍ਹਨ ਕੀ ਚੱਲੇ ਹੋ, ਤੁਸੀਂ ਇੱਥੇ ਕੀ ਪੜ੍ਹੇ ਹੋ, ਸਿਲੈਕਸ਼ਨ ਆਫ ਕੋਰਸ, ਸਿਲੈਕਸ਼ਨ ਆਫ ਇੰਸਟੀਟਿਊਸ਼ਨ, ਸਿਲੈਕਸ਼ਨ ਆਫ ਪ੍ਰੋਵਿੰਸ, ਸੋ ਦੈਟ ਐਂਡ ਸਟੇਟਮੈਂਟ ਆਫ ਪਰਪਸ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਇੱਕ ਚੰਗੇ ਰਿਜ਼ਲਟ ਨੂੰ ਉਹ ਚੰਗੇ ਰਿਜ਼ਲਟ ਵੱਲ ਨੂੰ ਲੀਡ ਕਰਦੀ ਆ। ਉਹ ਚੀਜ਼ ਉਹ ਤੁਹਾਡਾ ਜਿਹੜੀਆਂ ਵੀਜ਼ਾ ਦੇ ਪ੍ਰੋਬੈਬਿਲਿਟੀਜ਼ ਆ ਉਹਨਾਂ ਨੂੰ ਵਧਾਉਂਦੇ ਆ। ਸੋ ਇਹ ਸਾਰੀਆਂ ਗੱਲਾਂ ਮੈਂ ਨਹੀਂ ਬੋਲ ਰਿਹਾ, ਵੀਜ਼ਾ ਆਫਿਸਰ ਬੋਲ ਰਹੀ ਸੀ ਵੈਬੀਨਾਰ ਦੇ ਵਿੱਚ। ਸੋ ਇਹ ਕੁਝ ਕੁ ਗੱਲਾਂ ਜਿਹੜੀਆਂ ਸੀ ਆਪਣੀਆਂ ਬੈਠ ਕੇ ਜ਼ਰੂਰੀ ਕਰਨ ਵਾਲੀਆਂ ਸੀ, ਇਹ ਜ਼ਰੂਰੀ ਦੱਸਣ ਵਾਲੀਆਂ ਸੀ। ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇਣਾ, ਇਹਨਾਂ ਚੀਜ਼ਾਂ ਵੱਲ ਤਵੱਜੋ ਦੇਣੀ ਆ, ਕੋਈ ਮੈਂ ਚੀਜ਼ ਭੁੱਲ ਨਾ ਗਿਆ ਹੋਵਾਂ। ਐਂਡ ਵੈਸੇ ਮੈਂ ਉਹ ਸਾਰੀਆਂ ਚੀਜ਼ਾਂ ਮੈਂਸ਼ਨ ਕਰ ਹੀ ਦਿੱਤੀਆਂ ਨੇ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਸੀ ਕਿ ਦੁਬਾਰਾ ਫਾਰਮ ਰੇਜ਼ ਨਾ ਕਰੋ। ਉਹ ਚੀਜ਼ ਉਹ ਕਹਿੰਦੇ ਸਾਡੇ ਕੋਲੇ ਕੰਮ ਆਲਰੇਡੀ ਬਹੁਤ ਆ, ਜ਼ਿਆਦਾ ਵਧੂਗਾ ਤਾਂ ਚੀਜ਼ਾਂ ਡਿਲੇ ਹੋਣਗੀਆਂ। ਸੋ ਆਪਾਂ ਡਿਲੇ ਨੂੰ ਘਟਾਉਣ ਦੇ ਲਈ ਹਾਈ ਕਮਿਸ਼ਨ ਦਾ ਕੰਮ ਵੀ ਘਟਾਉਣਾ। ਆਪਣੀਆਂ ਫਾਈਲਸ ਜਿਨ੍ਹਾਂ ਦੀਆਂ ਲੌਜ ਨੇ, ਜੇ ਉਹਨਾਂ ਨੇ ਕੋਈ ਜ਼ਰੂਰੀ ਡਾਕੂਮੈਂਟ ਨਹੀਂ ਗਾ ਤਾਂ ਬਿਨਾਂ ਮਤਲਬ ਤੋਂ ਵੈਬ ਫਾਰਮ ਦੇ ਜ਼ਰੀਏ ਉਹਨਾਂ ਨੂੰ ਅਪਲੋਡ ਨਾ ਕਰੋ। ਉਹ ਕਹਿੰਦੇ ਅਸੀਂ ਜੇ ਮੈਡੀਕਲ ਨਹੀਂ ਲੱਗਿਆ ਹੋਇਆ, ਮੈਡੀਕਲ ਰਿਕੁਆਇਰਡ ਵੀ ਨਹੀਂ ਗਾ ਫਰੰਟ, ਜੇ ਖਾਸ ਕਰਕੇ ਓਪਨ ਵਰਕ ਪਰਮਿਟ ਦੇ ਵਿੱਚ, ਉਹ ਕਹਿੰਦੇ ਅਸੀਂ ਤੁਹਾਡੇ ਤੋਂ ਆਪੇ ਮੰਗ ਲਾਂਗੇ ਜਦੋਂ ਅਸੀਂ ਤੁਹਾਡੇ ਕੇਸ ਨੂੰ ਪ੍ਰੋਸੈਸ ਕਰਨਾ ਹੋਇਆ, ਆਪ ਨਾ ਭੇਜੋ ਸਾਨੂੰ। ਸੋ ਦੋਸਤੋ ਐਂਡ SDS ਦੁਬਾਰੇ ਕਲੀਅਰ ਕਰ ਦੇਣੀ ਚਾਹੁੰਦਾ, SDS ਦੇ ਵਿੱਚ ਕੋਈ ਵੀ ਫਾਈਨੈਂਸ਼ੀਅਲ ਜਿਹੜੀ ਤੁਸੀਂ ਫਾਈਨੈਂਸ਼ੀਅਲ ਪਲਾਨ ਕੋਈ ਵੀ ਬਣਾ ਕੇ ਨਹੀਂ ਭੇਜਣਾ। ਉਹ ਸਕਰੀਨਸ਼ਾਟਾਂ ਵੱਲ ਧਿਆਨ ਨਾ ਦਿਓ। ਅਫੀਸ਼ੀਅਲ ਜਿਹੜਾ ਹੈਗਾ ਵੈਬੀਨਾਰ ਦੁਬਾਰੇ ਸੁਣ ਲਓ ਪਲੀਜ਼। ਜਦੋਂ ਤੁਸੀਂ ਉਸ ਪਰਟੀਕੂਲਰ ਚੀਜ਼ ਨੂੰ ਧਿਆਨ ਨਾਲ ਸੁਣੋਗੇ, ਥੋੜ੍ਹਾ ਜਿਹਾ ਤੁਸੀਂ ਤਾਂ ਸਟੂਡੈਂਟ ਹੋ, ਤੁਹਾਡੇ ਤਾਂ ਵਧੀਆ ਬੈਂਡ ਆਏ ਹੋਏ ਨੇ, ਅਸੀਂ ਤਾਂ ਸਾਡਾ ਤਾਂ ਸੂਤ ਆਇਆ, ਇੱਥੇ ਬੈਠੇ ਹਾਂ, ਪੰਜਾਬੀ 'ਚ 4 ਗੱਲਾਂ ਮਾਰ ਛੱਡਦੇ ਹਾਂ, ਉਹਦੇ ਜ਼ਰੀਏ ਹੀ ਕੰਮ ਚੱਲੀ ਜਾਂਦਾ। ਪਰ ਤੁਸੀਂ ਤਾਂ ਪੜ੍ਹੇ ਲਿਖੇ ਹੋ, ਕੌਨਵੈਂਟ ਸਕੂਲਾਂ ਦੇ ਪੜ੍ਹੇ ਹੋ, ਤੁਸੀਂ ਸਾਡੇ ਨਾਲੋਂ ਵਧੀਆ ਅੰਗਰੇਜ਼ੀ ਜਾਣਦੇ ਹੋ। ਅੰਗਰੇਜ਼ੀ ਨੂੰ ਧਿਆਨ ਨਾਲ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀਜ਼ਾ ਆਫਿਸਰ ਜਿਹੜੀ ਚੀਜ਼ ਕਲੀਅਰ ਕਰ ਰਹੀ ਆ, IRCC ਦਾ ਨੁਮਾਇੰਦਾ SDS ਬਾਰੇ ਜਦੋਂ ਬੋਲ ਰਿਹਾ ਤੇ ਨਾਨ SDS ਬਾਰੇ ਬੋਲ ਰਿਹਾ, ਤਾਂ ਉਹ ਬਾਕਾਇਦਾ ਇਸ ਚੀਜ਼ ਨੂੰ ਕਲੀਅਰ ਕਰ ਰਿਹਾ ਕਿ ਕਿਹਦੇ 'ਚ ਫਾਈਨੈਂਸ਼ੀਅਲ ਪਲਾਨ ਚਾਹੀਦਾ, ਕਿਹਦੇ 'ਚ ਨਹੀਂ ਚਾਹੀਦਾ। ਸੋ ਉਹਨਾਂ ਨੂੰ ਸੁਣੋ, ਬਜਾਏ ਸਾਨੂੰ ਸੁਣ ਕੇ ਜਿਹੜੀ ਕਨਫਰਮੇਸ਼ਨ ਲੈਣੀ ਆ ਉੱਥੋਂ ਲੈਣੀ ਆ। ਆਏ ਨਹੀਂ ਉਹਨਾਂ ਨੂੰ ਸੁਣ ਕੇ ਜਿਹੜੀ ਕਨਫਰਮੇਸ਼ਨ ਲੈਣੀ ਆ ਉਹ ਸਾਡੇ ਤੋਂ ਲੈਣੀ ਆ। ਇਹ ਉਲਟ ਕਰ ਰਹੇ ਆ ਆਪਾਂ। ਸੋ ਦੋਸਤੋ ਵਧਾਈਆਂ ਉਹਨਾਂ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟਸ ਨੂੰ ਜਿਨ੍ਹਾਂ ਦੇ ਰਿਜ਼ਲਟਸ ਆਏ ਨੇ, ਤੇ ਆਸ ਕਰਦੇ ਹਾਂ ਕਿ ਹੁਣ ਕੰਮ ਫਿਰ ਦੁਬਾਰਾ ਸਪੀਡ ਅਪ ਹੋ ਜਾਊਗਾ। ਜਿਵੇਂ ਹਾਈ ਕਮਿਸ਼ਨ ਨੇ ਹੁਣ ਸਟੈਂਪਿੰਗ ਲਈ ਪਾਸਪੋਰਟਸ ਮੰਗਵਾਉਣੇ ਸ਼ੁਰੂ ਕਰਤੇ ਆ, ਰੈਗੂਲਰ ਪਾਸਪੋਰਟਸ ਜਾਣੇ ਸ਼ੁਰੂ ਹੋ ਗਿਆ। ਜਿਵੇਂ ਰਿਜ਼ਲਟਸ ਆਉਣਗੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੇ ਜਾਣਗੇ। ਦੁਬਾਰਾ ਬੜੇ ਹੀ ਟਾਈਮ ਬਾਅਦ 3-4 ਮਹੀਨਿਆਂ ਤੋਂ ਬਾਅਦ ਦੁਬਾਰਾ ਆਪਾਂ ਸਟੈਂਪਡ ਪਾਸਪੋਰਟ ਦੁਬਾਰਾ ਦੇਖਣੇ ਨੇ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਟਾਈਮ ਸਾਰੇ ਹੀ ਉਹ ਕੈਂਡੀਡੇਟਸ ਜਿਨ੍ਹਾਂ ਦੇ ਓਪਨ ਵਰਕ ਪਰਮਿਟ ਲੱਗੇ ਨੇ, ਸਟੂਡੈਂਟ ਵੀਜ਼ਾ ਲੱਗੇ ਨੇ, ਸਾਰਿਆਂ ਵਾਸਤੇ ਬੜਾ ਹੀ ਵਧੀਆ ਹੋਊਗਾ। ਉਹਨਾਂ ਦੀ ਮਿਹਨਤ, ਉਹਨਾਂ ਦੇ ਲੱਗੇ ਹੋਏ ਪੈਸੇ ਉਹਨਾਂ ਨੂੰ ਸਫਲੇ ਹੋਣਗੇ, ਉਹ ਆਪਦੇ ਡੈਸਟੀਨੇਸ਼ਨਸ 'ਤੇ ਜਲਦੀ ਪਹੁੰਚਣਗੇ। ਇੰਨਾ ਕਹਿੰਦਾ ਖਿਮਾ ਦਾ ਜਾਚਕਾਂ ਦੋਸਤੋ, ਧੰਨਵਾਦ।